ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਗੁਰੂ ਦਰਬਾਰ ਪਹੁੰਚ ਕੇ ਹਾਜ਼ਰੀਆਂ ਲਗਾਓ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ। ਸੇਵਾ ਸਿਮਰਨ ਕਰੋ। ਆਓ ਮਨੁੱਖਾ ਜੀਵਨ ਦੇ ਲਾਹੇ ਪ੍ਰਤੀ ਯਤਨ ਕਰੀਏ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰ ਰਹੇ ਹਾਂ। ਜੋ ਸ਼ਹਾਦਤਾਂ ਦਾ ਹਫ਼ਤਾ 7 ਪੋਹ ਤੋਂ ਲੈ ਕੇ 13 ਪੋਹ ਤੱਕ ਦਾ ਇੱਕ ਹਫ਼ਤੇ ਰੋਜ਼ ਗੁਰੂ ਦੇ ਪਿਆਰੇ ਸਿੰਘ, ਗੁਰੂ ਦੇ 4 ਸਾਹਿਬਜ਼ਾਦੇ ਜਿਨ੍ਹਾਂ ਨੇ ਧਰਮ ਦੇ ਲਈ, ਸੱਚ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਜ਼ੁਲਮ ਦੀ ਜੜ ਪੁੱਟਣ ਦੇ ਲਈ। ਛੋਟੇ ਸਾਹਿਬਜ਼ਾਦੇ, ਉਹਨਾਂ ਦੇ ਇਤਿਹਾਸ ਦੀਆਂ ਵਿਚਾਰਾਂ ਕਰ ਰਹੇ ਹਾਂ। ਕੱਲ੍ਹ ਆਪਾਂ ਦੂਸਰੇ ਦਿਨ ਦੀ ਕਚਹਿਰੀ ਦਾ ਵਰਣਨ ਕੀ ਹੋਇਆ। ਦੂਸਰੇ ਦਿਨ ਦੀ ਕਚਹਿਰੀ ਦੇ ਵਿੱਚ ਸੁੱਚੇ ਨੰਦ ਨੇ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਕਿਹਾ ਹੈ, ਤੁਸੀਂ ਸਾਡੇ ਸ਼ਾਹ ਦੀ ਗੱਲ ਮੰਨ ਲਓ, ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾ ਦੇਵਾਂਗੇ, ਨਹੀਂ ਤੇ ਮੌਤ ਲਈ ਤਿਆਰ ਰਹੇ ਹੋ। ਬੱਚੇ ਕਹਿੰਦੇ ਨੇ ਅਸੀਂ ਮੌਤ ਲਈ ਤੇ ਆਏ ਹਾਂ। ਬੱਚਿਆਂ ਜੋ ਵੀ ਸਵਾਲ ਕਰਦੇ ਨੇ ਬੱਚੇ ਜਵਾਬ ਦੇ ਦਿੰਦੇ ਨੇ। ਸਾਹਿਬਜ਼ਾਦੇ ਨਿਰਵੈਰਤਾ ਦੇ ਨਾਲ ਜਵਾਬ ਦਿੰਦੇ ਨੇ। ਆਖਰ ਮੁਹੰਮਦ ਸ਼ੇਰ ਖਾਂ, ਮੁਹੰਮਦ ਖਿਜਰ ਖਾਂ, ਮਰੇਲਕੋਟਲੇ ਦੇ ਨਵਾਬਾਂ ਨੂੰ ਵੀ ਸੱਦਿਆ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਇਹਨਾਂ ਬੱਚਿਆਂ ਤੋਂ ਲਓ। ਪਰ ਉਹ ਕਹਿੰਦੇ ਨਹੀਂ, ਸਾਡਾ ਧਰਮ
इस गल की आग्या नहीं दिंदा। ਉਹ ਹਾਂ ਦਾ ਨਾਰਾ ਮਾਰਦੇ ਨੇ, ਤੁਸੀਂ ਵੀ ਇਸ ਪਾਪ ਤੋਂ ਤੌਬਾ ਕਰੋ। ਸਾਡੀ ਲੜਾਈ ਗੁਰੂ ਗੋਬਿੰਦ ਸਿੰਘ ਦੇ ਨਾਲ ਹੈ ਤੇ ਅਸੀਂ ਉਹ ਤੋਂ ਹੀ ਬਦਲਾ ਲੈਣਾ ਹੈ। ਪਰ ਸੁੱਚਾ ਆਨੰਦ ਜੋ ਸੋਚਾਂ ਦੇ ਵਿੱਚ ਪਏ ਵਜ਼ੀਰ ਖਾਨ ਨੂੰ ਕਹਿੰਦਾ ਏ, ਵੇਖੀ ਕਿਤੇ ਹੱਥ ਆਏ ਇਹ ਬੱਚੇ ਹੁਣ ਨਿਕਲ ਨਾ ਜਾਵਨ, ਇਹਨਾਂ ਨੂੰ ਸਜ਼ਾ ਦਿਓ, ਇਹਨਾਂ ਬੱਚਿਆਂ ਨੂੰ ਛੱਡਿਓ ਨਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਮੰਗਵਾ ਕੇ ਕਲਗੀ ਧਰ ਕੇ ਪਿਸਰ ਇੰਤਕਾਲ ਲੋ, ਮਾਸੂਮ ਉਹਨੇ ਸਮਝ ਕੇ ਦਇਆ ਸੇ ਨਾ ਕਾਮ ਲੋ। ਸ਼ਾਮ ਦੇ ਵੇਲੇ 12 ਪੋਹ ਦੇ ਦਿਨ ਬੱਚਿਆਂ ਨੂੰ ਫਿਰ ਬੁਰਜ ਦੇ ਵਿੱਚ ਤਾੜਨਾ ਕੀਤਾ ਏ। ਕਾਜੀ ਨੇ ਫਤਵਾ ਲਾ ਦਿੱਤਾ ਹੈ, ਬੱਚੇ ਦੀਨ ਕਬੂਲ ਕਰਦੇ ਨੇ ਤਾਂ ਛੱਡ ਦਿਓ, ਪਰ ਜੇ ਦੀਨ ਨਹੀਂ ਕਬੂਲ ਕਰਦੇ ਤੇ ਫਿਰ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਬੱਚੇ ਦਾਦੀ ਦੇ ਕੋਲ ਪਹੁੰਚੇ ਨੇ, ਸਾਰੀ ਰਾਤ ਦਾਦੀ ਨਾਲ ਵਿਚਾਰਾਂ ਹੋਈਆਂ। ਦਾਦੀ ਸਾਨੂੰ ਫਤਵਾ ਲਾਇਆ ਹੈ ਕਾਜੀ ਨੇ, ਜਿਉਂਦਿਆਂ ਨੀਹਾਂ ਦੇ ਵਿੱਚ ਚਿਣ ਦੇਣਾ ਹੈ। ਦਾਦੀ ਕਹਿੰਦੀ ਏ, ਪੁੱਤ ਤਾਂ ਕੀ ਹੋਇਆ? ਉਹ ਨੀਹਾਂ ਧਰਮ ਦੀਆਂ ਨੀਹਾਂ ਉੱਭਰਨ ਗਈਆਂ, ਰਹਿੰਦੀ ਦੁਨੀਆ ਤੱਕ ਉਹ ਨੀਹਾਂ ਰਹਿਣੀਆਂ ਨੇ। ਤੁਹਾਡੇ ਨਾਵਾਂ ਦੇ ਉੱਪਰ ਝੰਡੇ ਝੁੱਲਣੇ ਨੇ ਅਸਮਾਨ ਤੱਕ। ਰਾਤ ਦੇ ਵੇਲੇ ਤੀਸਰੀ ਰਾਤ ਕਹਿੰਦੇ ਨੇ ਮੋਤੀ ਰਾਮ ਮਹਿਰੇ ਨੇ ਫਿਰ ਸੇਵਾ ਕੀਤੀ। ਰਾਤ ਕਿਵੇਂ ਨਾ ਕਿਵੇਂ ਗੁਜ਼ਰੀ ਹੈ, ਸਵੇਰ ਦਾ ਵੇਲਾ ਹੋਇਆ ਹੈ। ਜੋ ਜੋਗੀ ਜੀ ਕਹਿੰਦੇ ਨੇ, ਕੈਦ ਬਲਾ ਮੇਂ ਤੀਸਰਾ ਦਿਨ ਥਾ, ਜਨਾਬ को बेआब कर चुकी थी अतश हर गुलाब को, तरसे हुए थे रिज़्क को जी और ख्वाब को, इस रोज सुच्चा आनंद जिहे बोला नवाब को, मंगवा के कलंगी धर के पिसर इंतकाल लो, मासूम उन्हें समझ के दया से ना काम लो। सारी रात लंघी ਏ, इधर वजीर खान ਦੀ ਵੀ ਰਾਤ ਲੰਘੀ ਏ। ਚਿੰਤਾ ਵਿੱਚ ਬੜਾ ਚੂਰ ਏ, ਸਾਰੀ ਰਾਤ ਨੀਂਦ ਨਹੀਂ ਆਈ ਵਜ਼ੀਰ ਖਾਨ ਨੂੰ। ਕੀ ਮੈਂ ਸਹੀ ਕਰ ਰਿਹਾ ਕਿ ਜੋ ਮੈਂ ਕਰ ਰਿਹਾ ਹਾਂ, ਤੇ ਦੂਸਰੇ ਪਾਸੇ ਮਨ ਵਿੱਚ ਗੁੱਸਾ ਵੀ, ਇਹਨਾਂ ਦੇ ਪਿਤਾ ਨੇ ਮੇਰਾ ਸਾਰਾ ਰੋਹ ਰਾਜ਼ਿਆਂ ਦੇ ਨਾਲ ਖਰਾਬ ਕਰ ਦਿੱਤਾ ਹੈ। ਜੇ ਕਿਤੇ ਇਹਨਾਂ ਦਾ ਪਿਤਾ ਹੱਥ ਆ ਜਾਂਦਾ ਤਾਂ ਮੈਨੂੰ ਲੋੜ ਨਹੀਂ ਸੀ ਇਹਨਾਂ ਬੱਚਿਆਂ ਨੂੰ ਜ਼ੁਲਮ ਕਰਨ ਦੀ, ਪਰ ਹੁਣ ਕਰਾਂ ਤੇ ਕੀ ਕਰਾਂ। ਸਵੇਰ ਹੁੰਦੇ ਹੀ ਸੁੱਚਾ ਆਨੰਦ ਪਹੁੰਚਿਆ ਏ। ਕਹਿੰਦਾ, ਛੇਤੀ ਕਰੋ ਜਨਾਬ, ਇਹਨਾਂ ਬੱਚਿਆਂ ਨੂੰ ਮਾਸੂਮ ਨਾ ਸਮਝੋ, ਮਨ ਵਿੱਚ ਦਇਆ ਨਾ ਲੈ ਕੇ ਆਓ, ਕਿਉਂਕਿ ਬੱਚੇ ਜੰਮਦੀਆਂ ਸੂਲਾਂ ਨੇ ਤੇ ਜੰਮਦੀਆਂ ਸੂਲਾਂ ਦੇ ਕੰਡਿਆਂ ਦੇ ਮੂੰਹ ਤਿੱਖੇ ਹੁੰਦੇ ਨੇ। ਆ ਕੱਲ ਸੁਣਿਆ ਸੀ ਨਾ, ਬੱਚਿਓ ਤੁਹਾਨੂੰ ਰਿਹਾ ਕਰ ਦਈਏ ਫਿਰ ਕੀ ਕਰੋਗੇ? ਕਹਿੰਦੇ ਨੇ ਸੈਨਾ ਇਕੱਠੀ ਕਰਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਇੱਕ ਝੰਡੇ ਥੱਲੇ ਇਕੱਠੇ ਕਰਾਂਗੇ, ਇਸ ਜ਼ੁਲਮੀ ਰਾਜ ਦੀ ਨੀਂਹ ਪੁੱਟਣ ਦੇ ਲਈ ਜੜ ਪੁੱਟ ਦੇਵਾਂਗੇ, ਇਕੱਠੇ ਹੋ ਕੇ ਲੜਾਂਗੇ ਜਿੰਨਾ ਤੀਕਰ ਮਰ ਮਿਟ ਨਹੀਂ ਜਾਂਦੇ। ਸਾਡੇ ਦਾਦੇ ਪੜਦਾਦਿਆਂ ਤੋਂ ਇਹ ਕੰਮ ਚੱਲਿਆ ਆ ਰਿਹਾ, ਅਸੀਂ ਕਿਵੇਂ ਪਿੱਛੇ ਰਹੀਏ। बोला वो सुच्चा आनंद से ले आ उन्हें सिताब,
चरकों से सतगुर के जिगर है मेरा कबाब। गोविंद ने गवा दिया सब मेरा रोब दाब। राजों के साथ मेरी भी मिट्टी हुई खराब। दुश्मन के बच्चे कत्ल करूँगा जरूर मैं, कहने पे तेरे आज चलूँगा जरूर मैं। सुच्चे नंद ने कह दिता ते वजीर खां कहंदा जा बच्चियां नूं लैके आ। अज बच्चियां नूं लिआंदा गया, सिपाही गए ने लैण दे वास्ते। आ माता दे कोल पहुंचे ने। सवेर होई, माता वेख रही है सुच्चा नंद आ गया है, नाल सिपाही ने दो तीन। छेती आण के बोले ने चलो छेती उठो, चलो कचहरी दे विच। बच्चिओ तुहानूं असीं कल कहा सी ना, तुसीं साडी गल मन लो, जे अजे भी बचना है अजे भी साडी गल मन लो। अज माता नूं पता है बच्चे जा बन गए, मुड़ के नहीं आउणा। जाने से पहले आओ गले से लगा तो लूं, दादी कहंदी है। केसों को कंघी कर दूं जरा मुंह तुला तो लूं। प्यारे सरों पे नन्ही सी कलंगी सजा तो लूं। मरने से पहले तुमको मैं दुल्हा बना तो लूं। अज पता है लाड़ी मौत नूं विआउण चले ने। तैयार ते कर देवां, इन्हां दे मूँह ते धवा देवां माड़े जे। सिर ते दस्तारे ते सजा देवां, कलंगियां ते ला देवां इन्हां दे सिरां ते। अज ये मौत नूं विआउण चले ने। अज दादी ने बड़े प्यार दे नाल बच्चिआं नूं मूँह धोते, एक गठड़ी दे विचों थोड़े दस्तारे कढ़े, बच्चिआं दे दस्तारे पा दिते, कलंगियां सजा दित्तियां। ते बच्चे तुर रहे ने। अज असीर ले लए ने दादी माँ तो, गल मिल रहे ने, चरनां नूं हथ ला के तुर रहे ने। दादी अज साडा आखिरी दिन है तुहाडे कोल, अज आखिरी भर तुहाडे दर्शन कर रहे हैं। अज पता है कल हुक्म जो होया है नीहां विच चिरना, असीं मनना कोई नहीं, ते इन्हां ने नीहां दे विच चिण देना है। ना उड़ीकी दादीए असीं मुड़ नहीं आउणा है। दादी माता हुण साडी उड़ीक ना करी, बस आखिरी वार दी तैनूं फतेह है साडी। आखिरी वार असीं तैनूं फतेह बुला देनी आ। भुल जाई हुण पोतियां नूं लाड़ लड़ाउणा, जिन्हां नूं बड़े प्यार दे नाल लाडां दे नाल पालिया सी, भुल जी हुण, क्योंकि तेरे पोतियां ने हुण मुड़ के नहीं आउणा। चले मौत विआउण नूं तू सगन मनाए, तू सगनां नूं मनावी, खुशी दे गीत गावी, ਜਿਹੜੇ ਵਿਆਹ ਦੇ ਸਮੇਂ ਗੀਤ ਗਾਏ ਜਾਂਦੇ ਨੇ। ਸਿਰ ਤੇ ਕਫਨ ਬੰਨ ਲੈ ਹੁਣ ਕਲੰਗੀਆਂ ਲਾ ਦੇ। ਆਖਰੀ ਜਿਹੜੇ ਸਗਨ ਮਨਾਉਂਦੇ ਨੇ ਨਾ, ਹੁਣ ਤੂੰ ਸਗਨ ਮਨਾ ਦੇ, ਅਸੀਂ ਚੱਲੇ ਆ ਵਿਆਹ ਦੇ, ਘੋੜੀ ਚੜਨ ਚੱਲੇ ਆ। ਸਿਰ ਤੇ ਕਫਨ ਬੰਨ ਲੈ, ਅਸੀਂ ਮੌਤ ਦੇ ਕਫਨ ਸਿਰ ਤੇ ਬੰਨ ਲਏ ਨੇ। ਸਾਡੇ ਸਿਰ ਤੇ ਛੇਤੀ ਕਰ ਕਲੰਗੀਆਂ ਲਾ ਦੇ। ਬੈਰੀ ਨੇ ਅੱਜ ਆਂਦਰਾਂ ਦਾ ਸਿਹਰਾ ਲਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਅੱਜ ਆਖਰੀ ਦਿਨ ਹੈ। ਬਾਬਾ ਜੋਰਾਵਰ ਸਿੰਘ ਕਹਿੰਦਾ ਏ, ਮੈਂ ਤਾਂ ਹਾਂ 9 ਸਾਲ ਦਾ, ਮੇਰਾ ਵੀਰ ਨਿਆਣਾ 7 ਸਾਲ ਦਾ ਏ, ਉਹ ਛੋਟਾ ਏ। ਮੌਤ ਵੱਡੀ ਹੈ ਇਸ ਤੋਂ, ਇਹਨੇ ਪਹਿਲੇ ਜਾਣਾ। ਮੌਤ ਬੜੀ ਵੱਡੀ ਏ, ਪਰ ਇਹ ਮੈਥੋਂ ਵੀ ਛੋਟਾ ਹੈ 2 ਸਾਲ। ਅੱਜ ਇਹਨੇ ਪਹਿਲੇ ਵਿਆਹ ਇਹਦਾ ਹੋਣਾ ਹੈ, ਮੇਰੇ ਨਾਲੋਂ ਵੀ ਪਹਿਲਾਂ ਮੌਤ ਨਾਲ ਵਿਆਹ ਇਹਦਾ ਹੋ ਜਾਣਾ ਹੈ। ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ, ਨਾ ਉਡੀਕੀ ਦਾਦੀਏ
ਅਸੀਂ ਮੁੜ ਨਹੀਂ ਆਉਣਾ। ਦਾਦੀ ਨਾਲ ਗੱਲਾਂ ਕਰ ਰਹੇ ਨੇ। ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਝੋਂ, ਕਿਵੇਂ ਸੁਣਾਂਗੇ ਲੋਰੀਆਂ ਮਾਂ ਤੇਰੇ ਸਾਥੋਂ, ਬਿਨ ਤੇਰੇ ਸਾਥੋਂ, ਤੇਰੇ ਬਿਨਾਂ ਸਾਨੂੰ ਕੌਣ ਲੋਰੀਆਂ ਸੁਣਾਊਗਾ। ਦਾਦੇ ਪੜਦਾਦਿਆਂ ਦੀਆਂ ਕਹਾਣੀਆਂ ਕਥਾਵਾਂ ਕੌਣ ਸੁਣਾਊ ਸਾਨੂੰ ਤੇਰੇ ਤੋਂ ਬਿਨਾਂ। ਆ ਹੁਣ ਤੱਕ ਠੰਡੇ ਬੁਰਜ ਦੇ ਵਿੱਚ ਬੈਠੀ ਵੀ 3 ਰੋਜ਼ ਦਾਦਿਆਂ ਪੜਦਾਦਿਆਂ ਦੀਆਂ ਕਥਾਵਾਂ ਸੁਣਾਉਂਦੀ ਸੀ, ਗੁਰੂ ਤੇਗ ਬਹਾਦਰ ਦੀਆਂ ਕਥਾ ਸੁਣਾਉਂਦੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਥਾ ਸੁਣਾਉਂਦੀ ਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੱਚਿਆਂ ਨੂੰ ਸਾਰਾ ਇਤਿਹਾਸ ਦਾਦੀ ਨੇ ਸੁਣਾਇਆ। ਜਿੱਦੇ ਤੋਂ ਵਿਛੜੇ ਨੇ ਉਦੋਂ ਪਹਿਲਾਂ ਤੋਂ ਵੀ ਇਤਿਹਾਸ ਸੁਣਾਉਂਦੀ ਰਹਿੰਦੇ ਸੀ ਮਾਤਾ ਸੂਰਮਿਆਂ ਦੀਆਂ ਕਥਾਵਾਂ। ਕੁੰਮੇ ਮਸਕੀ ਦੇ ਝੁੰਬੀ ਦੇ ਵਿੱਚ ਵੀ ਸੁਣਾਈਆਂ ਕਥਾਵਾਂ, ਗੰਗੂ ਦੇ ਘਰ ਵੀ ਕਥਾਵਾਂ ਸੁਣਾਈਆਂ, ਕੋਤਵਾਲੀ ਮਰਿੰਡੇ ਵੀ ਜੇਲ੍ਹ ਦੇ ਵਿੱਚ ਬੈਠੀ ਉਸੇ ਦੀਆਂ ਗੱਲਾਂ ਕਰ ਰਹੀ ਹੈ। 3 ਰੋਜ਼ ਠੰਡੇ ਬੁਰਜ ਵਿੱਚ ਬੈਠੇ ਕੇ ਵੀ ਨਿਰੰਕਾਰ ਦੀਆਂ ਗੱਲਾਂ ਕਰਦੀ ਰਹੀ। ਬੱਚਿਓ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ। ਉਹਦੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਝੂਲਦਾ। ਆ ਬੱਚੇ ਕਹਿ ਰਹੇ ਨੇ, ਦਾਦੀ ਮਾਂ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਝੋਂ, ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਥੋਂ, ਤੇਰੇ ਤੋਂ ਬਿਨਾਂ ਸਾਨੂੰ ਹੁਣ ਲੋਰੀਆਂ ਕਿਹਨੇ ਸੁਣਾਉਣੀਆਂ ਨੇ। ਤੂੰ ਵੀ ਛੇਤੀ ਛੇਤੀ ਆ ਜਾਣਾ, ਨਾ ਦੇਰ ਨਾ ਲਾਵੀਂ। ਦਾਦੀ ਅਸੀਂ ਚੱਲੇ ਆਂ। ਦਾਦੀ ਕਹਿੰਦੀ ਹੈ ਤੁਹਾਨੂੰ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਉਡੀਕ ਰਹੇ ਨੇ ਅੰਬਰਾਂ ਤੇ ਬੈਠੇ। ਬੱਚਿਆਂ ਨੂੰ ਇਦਾਂ ਦਿਲਾਸੇ ਦਿੰਦੀ ਹੈ, ਤੁਸੀਂ ਬੱਚਿਓ ਆਪਣੇ ਦਾਦੇ ਕੋਲੇ ਜਾਣਾ, ਤੁਹਾਡਾ ਦਾਦਾ ਤੁਹਾਨੂੰ ਉਡੀਕ ਰਿਹਾ ਹੈ। ਖੁਸ਼ੀਆਂ ਮਨਾਵੇਗਾ ਤੁਹਾਡਾ ਦਾਦਾ, ਕਿਉਂਕਿ ਤੁਸੀਂ ਧਰਮ ਲਈ ਚੱਲੇ ਹੋ, ਸੱਚ ਹੱਕ ਲਈ ਚੱਲੇ ਹੋ, ਜ਼ੁਲਮ ਦਾ ਨਾਸ ਕਰਕੇ ਚੱਲੇ ਹੋ, ਬੈਰੀਆਂ ਦੀ ਆਕੜ ਭੰਨ ਕੇ ਚੱਲੇ ਜਾਣਾ ਹੈ। ਆ ਵੱਡਿਆਂ ਵੱਡਿਆਂ ਰਾਜਿਆਂ ਦੀਆਂ ਆਕੜਾਂ ਭੰਨ ਕੇ ਚੱਲੇ ਹੋ ਤੁਸੀਂ। ਤੇ ਬੱਚੇ ਕਹਿੰਦੇ ਨੇ, ਦਾਦੀ ਮਾਂ ਤੂੰ ਵੀ ਛੇਤੀ ਆ ਜੀ ਸਾਡੇ ਪਿੱਛੇ, ਦੇਰ ਨਾ ਲਾਵੀਂ, ਬਸੇ ਤੂੰ ਹੀ ਆ ਜਾਵੀਂ, ਨਾਲ ਹੀ ਚੱਲੀ ਸਾਡੇ, ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ, ਅਸੀਂ ਨਹੀਂ ਹੁਣ ਆਉਣਾ। ਇੱਧਰੋਂ ਕਹਿੰਦੇ ਨੇ, ਮਾਂ ਨੇ ਗਲ ਲਾ ਕੇ ਤਿਆਰੀਆਂ ਕਰਕੇ ਕਲਗੀਆਂ ਸਜਾ ਕੇ ਬੱਚਿਆਂ ਨੂੰ ਤੋਰ ਦਿੱਤਾ। ਮਨ ਹੀ ਮਨ ਵਿਛੋੜਾ ਜੋ ਬੱਚਿਆਂ ਦੇ ਨਾਲ ਪੈ ਰਿਹਾ ਏ। बेटे से पहले बिछड़ी थी तुम भी बिछड़ चले, बिछड़े हुए नसीब बिगड़े हुए नसीब जे ज्यादा बिगड़ चले। बेहतर था तुमसे पहले मैं देती प्राण को, दुख से तुम्हारे दुख है सिवा मेरी जान को। चंगा हुंदा मैं पहले ही त्याग कर जांदी, पहले चढ़ाई कर जांदी, ते काहनू फिर तुसी मेरे नाल आउंदे, काहनू एडी विपता पैंदी अपने ते। आ बच्चे माता दादी दे पैरीं हथ लाउंदे ने ते जलादां दे नाल तुर पैंदे ने। जलाद धक्के दे के खिच के लै जांदे ने। चलो बच्चे कहंदे ने, वेखो सानू हथ ना लायो, असीं तुरदे आ मोरे, असीं की डरदे आ स्वाथों। फिर कहंदे ने, बच्चियां ने तूत दियां छटी लैती होई, पतली जी छटी तूत दी, बच्चियां दे वो मारियां गईयां। बच्चेओ मन जो अजे भी कुछ नहीं बिगड़िया, बच्चियां दे छटियां मारियां गईयां तूत दियां। तुसी मन जो साडी गल। और दोने बच्चे तुरे आउंदे ने ते छटियां पैंदियां ने। फिर कहंदे ने, नहीं बच्चे मनदे, फतेह गजाउंदे ने। फिर एक पिपल दे नाल बच्चियां नूं बन्निया जांदा, गलेले भी मारे जांदे ने। गलेल दे विच पा के ना पत्थर ठंड दे विच बच्चियां दे मारे जांदे ने। बच्चे डर जावणगे, नहीं डरदे। हाथों में हाथ डाल के दोनों वो नौ निहाल, कहते हुए जुआ से बड़े सत श्री अकाल,
चेहरों पे गम का नाम ना था और ना था मलाल। जा ठहरे सर पे मौत के फिर भी ना था ख्याल। जिस दम गले गले थे वो मासूम गड़ गए। दिन सुपने भी ना पाया कि कातल उजड़ गए। जोगी जी लिखते ने जकारे छड़दे हुए बच्चे वो जगह ते पहुंच गए जिथे सारा प्रबंध किया होया सी। कहते शहर दे विचों कोई कारीगर ना तैयार नहीं सी होया बई असी पाप नहीं करना, असी नहीं कंधां कढ़नियां, असी नहीं बच्चियां नूं चिरना, चाहे जो मर्जी करो तुसी, मार दिओ साडू मार दिओ। दो कातल भरा ने समाने दे, कासम बेग ते बासम बेग, दोनों भरा चोरी करते फड़े गए सी ते राजे दे वल्लों सजा हो गई सी, जेल कट रहे सी दोनों जाने। ते सुच्चा आनंद उन्हां दे कोले पहुंचे आए, कहंदा जे मैं तुहाडी सजा नूं माफ करा देवां पर एक काम करना पऊ मेरे लिए तुहानूं। वो कहंदे दसो जी। 2-4 साल सड़ांगे जेल दे विच ते चंगा आज़ाद हो जाइए। जेल विच रहण नूं किहदा जी करदा है, दसो कम दसो। ते सुच्चा आनंद कहंदा है कि तुसीं एक न्यों चिननी है, एक न्यों कढ़नी है। ते वो न्यों भी किहदे लई, ते जिहड़ा मुगलिया सल्तनत दा वैरी है, राज दा वैरी है, गुरु गोबिंद सिंह, तुसी भी मुसलमान हो। जिहड़ा तुहाडे राज नूं खत्म करना चाहुंदा है गुरु गोबिंद सिंह, उहदे बच्चे चरने ने। ते तुहानूं मैं रिहा करा देवांगा। इस लालच दे विच कल्ला रिहाई नहीं ते तुहानूं सुगातां भी इनाम भी बड़े दिते जावणगे। लालच वस हो के कासम बेग ते बासम बेग दोनों जलाद आ पहुंचे सी उत्थे, ते जिथे आ सारा तैयारी कीती हुई सी बच्चियां नूं चिरन दे वास्ते। दीवार के दबाव में जब हस्ब दम हुआ, हौली हौली कहंदे ने फिर बच्चे ना मन्ने ते हुक्म हो गया जलादां नूं चिनती शुरू करो। इट्टां गारा सारा सीमेंट तैयार किया गया, चूना मंगवाया गया। पैरों तो लैके एक एक इट धर के बच्चे नूं चिन्हते जा रहे हैं। हौली हौली करके इतिहास विच एक थां ये भी विद्वान कहंदे बच्चियां दे ना गोडियां तक आ गई कंध। 2-2 3-3 4-4 रदे लग गए, 3-3 रदे लग गए, गोडियां तक आ गई। ते जलाद ने ना तेसी दे नाल थोड़ी जी इट भन्न दिती, लगदी नहीं सी सही। ते बच्चे बड़ी जुरत नाल कहंदे ने वो जलादा इट क्यों भन्नी है, तैनूं पता नहीं कि जिहड़ी ये नींह उसर रही है इन्हें सदियां तक रहना है। वेखी किते इट कोई खराब ना ला ले देवीं, भन्नी टुट्टी ना ला देवीं। ते जलाद कहंदा है गोडे आउंदे ने विच भन्ननी पैनी इट, ते बच्चे कहंदे ने तू गोडे ही उतार दे साडे। ते जलादा ने लैके कंडी कहंदे गोडियां दीयां चप्पड़ियां ला दित्तियां। चिणती करदियां करदियां हौली हौली छाती तक आ गए। इधर बाबा जोरावर सिंह, उधर बाबा फतेह सिंह। फतेह सिंह उम्र दे विच छोटे ने ते कद दे विच भी थोड़े छोटे ने। बाबा जोरावर सिंह दे छाती तक कंध आई है ते बाबा फतेह सिंह दे ठोडी तक आ गई। दोने भरावां फतेह गजा रहे ने कंध दे विच खड़े। ते पर वेखिया जदों जोरावर सिंह दे वल बाबा फतेह सिंह ने थोड़ा जा चेहरा उदास हो गया, थोड़ा जा मन भर आया। फतेह सिंह कहंदा क्यों भरा की गल हो गई, डर लगदा है, क्यों चेहरा उतर गया है? कहंदा नहीं मौत तो नहीं डर लगदा, जाना तो एक दिन संसार विचों है ही, फिर चेहरा क्यों उतर गया है?
ਇਸ ਕਰਕੇ ਤੂੰ ਸੰਸਾਰ ਦੇ ਵਿੱਚ ਮੇਰੇ ਨਾਲੋਂ ਬਾਅਦ ਵਿੱਚ ਆਇਆ ਸੀ ਤੇ ਅੱਜ ਮੇਰੇ ਨਾਲੋਂ ਪਹਿਲਾਂ ਚੱਲਿਆ ਏ। ਸੰਸਾਰ ਦੇ ਵਿੱਚ ਆਇਆ ਸੀ ਤੂੰ ਮੇਰੇ ਨਾਲੋਂ ਬਾਅਦ ਵਿੱਚ, ਤੇ ਦਾਦੇ ਗੁਰੂ ਦੇ ਬੁੱਕਲ ਦੇ ਵਿੱਚ ਮੇਰੇ ਨਾਲੋਂ ਪਹਿਲਾਂ ਜਾ ਕੇ ਖੇਲੇਂਗਾ। ਤੇ ਬਾਬਾ ਫਤਿਹ ਸਿੰਘ ਵੀ ਕਹਿੰਦੇ ਨੇ, ਕੋਈ ਨਾ ਭਰਾ ਫਿਕਰ ਨਾ ਕਰ, ਇਕੱਠੇ ਹੀ ਚੱਲਾਂਗੇ। ਹੱਕ ਪਹਿਲਾਂ ਤੇਰਾ ਹੀ ਇਹ ਜਾਣਦਾ, ਤੇ ਮੈਂ ਤੇਰੇ ਹੱਕ ਤੋਂ ਤੈਨੂੰ ਵਾਂਝਾ ਨਹੀਂ ਕਰਦਾ, ਪਹਿਲਾਂ ਤੂੰ ਹੀ ਜਾਵੇਂਗਾ ਦਾਦੇ ਦੀ ਝੋਲੀ ਬੁੱਕਲ ਦੇ ਵਿੱਚ, ਪਹਿਲਾਂ ਤੂੰ ਹੀ ਖੇਡੇਂਗਾ, ਤੇਰਾ ਹੀ ਹੱਕ ਹੈ। ਦੋਨੇ ਭਰਾ ਗੱਲਾਂ ਕਰਦੇ, ਫਤਿਹ ਵਜਾਉਂਦੇ ਨੇ, ਕਹਿੰਦੇ ਨੇ ਸਾਰੀ ਕੰਧ ਉਸਰ ਗਈ। दीवार के दीवाओं से जब हस्ब दम हुआ, दौरान खून रुकने लगा, सांस कम हुआ। जोगी जी लिखते ने, जोगी अल्लाह यार खां। फरमाए दोनों हम पे बाजाहर सितम हुआ, बातन में पंथ पर है खुदा का कर्म हुआ। 7 साल और जी के भी मरना जरूर था। कहते थोड़ा समा रह के होर भी मरी जाना सी, 100 साल ज्यों के भी मरना ही सी संसार विचों। सर कौम से बचाना जे गैरत सै दूर था। पर कौम दे लई भी कुछ करना सी। हम जान दे के औरों की जाने बचा चले, सिक्खी की नींव हम हैं सरों पे उठा चले। बच्चे कहते, जोगी जी ख्याल लिखते ने अपने, बच्चे कहते ने असी अपनी जान दे के होरां दी जान नूं बचा चले आ। क्यों? क्योंकि इस साके तो बाद दे विच ना इस जुलमी सरकार ने ना इहदी जड़ पुट्टी जानी है। कोई ऐसा योद्धा आवेगा कि इस जुलमी सरकार दियां जड़ां हिला के रख देवेगा। हम जान दे के औरों की जाने बचा चले, सिक्खी की नींव हम हैं सरों पे उठा चले। गुरियाई का है किच्छा जहां पे बना चले, सिंहों की सल्तनत का है पौधा लगा चले। इदों बाद विच सिंहां दी सल्तनत होनी है, भाव सिंहां दा राज होना है, सिंहां दा राज होना है। असीं वो पौधा ला दिता है, अज वो न्यू धर दिती है सिक्खी राज दी। गद्दी से ताजो तखत बस अब कौम पाएगी, दुनिया में जालमों का निशान तक मिटाएगी। जुल्म करने वाले जालमां दा निशान मिट जाना है। ताजो तख्तां ते हुण सिंह बैठणगे, बाजां वाले दे प्यारे बैठणगे। ठोडी तक ईटें चिन दी गई, मुंह तक आ गई। बीनी को ढापते ही वो आंखों पे छा गई। हर चांद सी जबी को ग्रहण लग गई। लखत जिगर गुरु के वो दोनों छुपा गई। जोगी जी इसके बाद हुई थोड़ी देर थी, बस्ती सरहंद शहर की ईटों का ढेर थी। और बच्चे जो शहीदियां प्राप्त कर गए ना, सिक्खी दियां न्योआं सी जिहड़ियां वो गूढ़ियां कर गए, पक्कियां कर गए, सदा रहन वालियां कर गए। ते जोगी जी कहते ने जदों गुरु गोबिंद सिंह महाराज जी दे बच्चे चढ़ाई कर गए सी ना, फिर थोड़ा ही समा होया सी कि जदों उधरों फिर बंदा सिंह बहादुर ने आके चढ़ाई कर दिती सी। ਉਹ ਜ਼ਾਲਮਾਂ ਦਾ ਨਾਸ ਹੋਇਆ। ਵਜ਼ੀਰ ਖਾਂ ਮਾਰਿਆ ਗਿਆ, ਸੁੱਚਾਨੰਦ ਪਕੜਿਆ ਗਿਆ, ਉਹ ਕਾਜੀ ਨੂੰ ਪਕੜ ਲਿਆ ਗਿਆ। ਸਾਰੀ ਸਰਹੰਦ ਨੂੰ ਫਿਰ ਇੱਟ ਦੀ ਇੱਟ ਖੜਕਾ ਦਿੱਤੀ। ਮਹਿਲ ਤਾਜੋ ਤਖਤ ਸਾਰੇ ਖਤਮ ਕਰ ਦਿੱਤੇ ਗਏ। ਤੇ ਬੰਦਾ ਸਿੰਘ ਬਹਾਦਰ ਨੇ ਸਿੱਖੀ ਦਾ ਪਹਿਲਾ ਰਾਜ ਕਾਇਮ ਕੀਤਾ ਹੈ। ਤੇ ਇਧਰੋਂ ਬੱਚੇ ਨੀਹਾਂ ਵਿੱਚ ਚਿਣੇ ਗਏ। आकाश गरजिया धरती कंबी,
ਨਿਉ ਪੂਰੀ ਹੋ ਗਈ, ਬੱਚੇ ਨੀਹਾਂ ਦੇ ਵਿੱਚ ਚਿਣੇ ਗਏ ਪੂਰੇ। ਬਸ ਕੁਝ ਹੀ ਮਿੰਟਾਂ ਦੇ ਵਿੱਚ ਇੱਕ ਖੜਾਕ ਖੜਕਾ ਹੋਇਆ ਏ, ਕੰਧ ਡਿੱਗ ਪਈ ਏ। ਬੱਚੇ ਅਜੇ ਥੋੜਾ ਥੋੜਾ ਸਾਹ ਆ ਰਿਹਾ ਏ। ਆਓ ਜਲਾਦਾਂ ਨੇ ਨਬਜ਼ ਪਕੜ ਕੇ ਵੇਖੀਏ ਨਾ, ਤੇ ਕਹਿੰਦੇ ਨੇ ਜਨਾਬ ਅਜੇ ਇਹਨਾਂ ਦੇ ਵਿੱਚ ਸਾਹ ਚੱਲਦੇ ਨੇ, ਜਿਉਂਦੇ ਐ ਬੱਚੇ ਅਜੇ। ਹੁਕਮ ਹੋ ਗਿਆ ਫਿਰ ਇਹਨਾਂ ਦੇ ਸਿਰ ਕਲਮ ਕਰ ਦਿਓ। ਉਹ ਦੋਨਾਂ ਜਲਾਦਾਂ ਨੇ, ਕਾਸਮ ਬੇਗ ਬਾਸਮ ਬੇਗ ਨੇ, ਇੱਕ ਨੇ ਬਾਬਾ ਫਤਿਹ ਸਿੰਘ ਨੂੰ ਹੱਥ ਪਾਇਆ, ਇੱਕ ਨੇ ਬਾਬਾ ਜ਼ੋਰਾਵਰ ਸਿੰਘ ਨੂੰ ਹੱਥ ਪਾਇਆ। ਆਪਣੀਆਂ ਕਰਦਾਂ ਲੈ ਕੇ, ਖੰਜਰ ਲੈ ਕੇ ਉਹ ਬੱਚਿਆਂ ਦੇ ਗਲਾਂ ਤੇ ਚਲਾ ਦਿੱਤੇ। ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਉਸੇ ਵੇਲੇ ਥੋੜੇ ਹੀ ਮਿੰਟਾਂ ਦੇ ਵਿੱਚ ਹੀ ਦਮ ਤੋੜ ਦਿੱਤਾ, ਸਵਾਸ ਪੂਰੇ ਹੋ ਗਏ। ਤੇ ਬਾਬਾ ਫਤਿਹ ਸਿੰਘ ਦੀ ਲਾਸ਼ ਸੀ ਜਿਹੜੀ, ਉਹ ਅੱਧੀ ਘੜੀ ਤੱਕ ਪੈਰ ਹਿਲਦੇ ਰਹੇ। ਅੱਧੀ ਘੜੀ ਬਾਅਦ 12-13 ਮਿੰਟਾਂ ਬਾਅਦੋਂ ਬਾਬਾ ਫਤਿਹ ਸਿੰਘ ਵੀ ਆਖਰੀ ਫਤਿਹ ਆਪਣੀ ਸੰਸਾਰ ਵਿੱਚ ਗਜਾ ਕੇ ਚਲੇ ਗਏ। ਤੇ ਫਿਰ ਇਹਨਾਂ ਦੇ ਸਰੀਰ ਨੂੰ ਚੁੱਕ ਕੇ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਗਿਆ, ਪਹਿਰੇ ਲਾ ਦਿੱਤੇ ਗਏ। ਜੋ ਵੀ ਇਹਨਾਂ ਦੇ ਸਰੀਰ ਨੂੰ ਆ ਕੇ ਚੁੱਕੇਗਾ ਜਾਂ ਕੋਈ ਸੰਸਕਾਰ ਕਰੇਗਾ ਇਹਨਾਂ ਦਾ, ਤੇ ਉਹ ਆਪਣੀ ਮੌਤ ਆਪ ਬੁਲਾਵੇਗਾ। ਕੋਈ ਡਰਦਾ ਹੋਇਆ ਜਾਵੇ ਨਾ। ਜ਼ਾਲਮ ਨੇ, ਜ਼ੁਲਮ ਬੜਾ ਭਿਆਨਕ ਕਰਦੇ ਨੇ। ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਹੋਇਆ, ਫਿਰ ਬੱਚਿਆਂ ਦੀ ਕਹਿੰਦੇ ਰਾਖੀ ਰਾਤ ਦੇ ਵੇਲੇ ਸ਼ੇਰ ਨੇ ਕੀਤੀ ਏ। ਕੋਈ ਹੋਰ ਜਾਨਵਰ ਆ ਕੇ ਬੱਚਿਆਂ ਦੇ ਸਰੀਰਾਂ ਨੂੰ ਬੇਅਬਦ ਨਾ ਕਰੇ। ਉਸੇ ਵੇਲੇ ਇੱਕ ਸ਼ਾਹੂਕਾਰ ਨਵਾਬ ਟੋਡਰ ਮੱਲ ਸੇਠ, ਜਿਹਦਾ ਕੰਮ ਵਪਾਰ ਸੀ, ਗੁਰੂ ਰਾਮਦਾਸ ਮਹਾਰਾਜ ਜੀ ਤੋਂ ਲੈ ਕੇ ਇਹਨਾਂ ਦੇ ਘਰ ਗੁਰਸਿੱਖੀ ਹੈ। ਕਿਸੇ ਸਮੇਂ ਕਹਿੰਦੇ ਨੇ ਬਹੁਤ ਗਰੀਬ ਹੁੰਦਾ ਸੀ ਟੋਡਰ ਮੱਲ ਦਾ ਪਰਿਵਾਰ, ਬੜਾ ਗਰੀਬ ਹੁੰਦਾ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਸੀ। ਉੱਥੋਂ ਹੌਲੀ ਹੌਲੀ ਚੜ੍ਹਦਾ ਹੋਇਆ ਪਰਿਵਾਰ ਗੁਰੂ ਘਰ ਆਉਣਾ ਜਾਣਾ ਬਣਿਆ ਸੀ। ਹੌਲੀ ਹੌਲੀ ਵਪਾਰ ਕਰਦਿਆਂ ਹੋਇਆਂ ਇੱਕ ਦਿਨ ਐਸਾ ਆ ਗਿਆ ਸੀ ਕਿ ਉਹਨਾਂ ਨੂੰ ਨਵਾਬੀ ਦਾ ਖਤ ਮਿਲ ਗਿਆ ਸੀ, ਉਹ ਨਵਾਬ ਹੋ ਗਏ ਸੀ। ਚੰਗਾ ਵਪਾਰ ਚੱਲ ਪਿਆ ਸੀ ਇਹਨਾਂ ਦਾ। ਤੇ ਇੱਧਰ ਰਾਜੇ ਦੇ ਵੀ ਆਉਣਾ ਜਾਣਾ, ਵਜ਼ੀਰ ਖਾਂ ਦੇ ਵੀ ਆਉਣਾ ਜਾਣਾ ਸੀ। ਵਪਾਰੀ ਸੀ, ਸਾਹੂਕਾਰ ਸੀ, ਚੰਗਾ ਰੁਤਬਾ ਸੀ। ਤੇ ਇਹਨੇ ਆ ਕੇ ਹੁਣ ਨਵਾਬ ਨੂੰ ਬੇਨਤੀ ਕੀਤੀ ਕਿ ਮੈਂ ਗੁਰੂ ਦੇ ਬੱਚਿਆਂ ਤੇ ਉਧਰ ਮਾਤਾ ਗੁਜਰ ਕੌਰ ਜਿਹੜੇ ਠੰਡੇ ਬੁਰਜ ਦੇ ਵਿੱਚ ਖੜ ਕੇ ਵੇਖ ਰਹੇ ਸਨ ਬੱਚਿਆਂ ਨੂੰ, ਅੱਜ ਨੀਹਾਂ ਦੇ ਵਿੱਚ ਚਿਣਦਿਆਂ। ਤੇ ਜਿਸ ਵੇਲੇ ਬੱਚੇ ਫਤਿਹ ਬੁਲਾ ਗਏ ਨੇ ਤੇ ਇੱਧਰੋਂ ਕਹਿੰਦੇ ਜਲਾਦਾਂ ਨੇ ਮਾਤਾ ਗੁਜਰ ਕੌਰ ਜੀ ਨੂੰ ਵੀ ਕਿਲੇ ਤੋਂ ਧੱਕਾ ਦੇ ਦਿੱਤਾ। ਕਈ ਇਤਿਹਾਸਕਾਰ ਇੱਦਾਂ ਲਿਖਦੇ ਨੇ, ਕਈ ਇਤਿਹਾਸਕਾਰ ਇੱਦਾਂ ਲਿਖਦੇ ਨੇ ਮਾਤਾ ਜੀ ਉਸੇ ਵੇਲੇ ਉੱਥੇ ਹੀ ਬੁਰਜ ਦੇ ਵਿੱਚ ਹੀ ਲੰਮੇ ਪੈ ਗਏ ਤੇ ਆਪਣੇ ਸਵਾਸ ਤਿਆਗ ਦਿੱਤੇ। ਉਹ ਵੀ ਬੱਚਿਆਂ ਦੇ ਨਾਲ ਹੀ ਸੱਚਖੰਡ ਨੂੰ ਪਿਆਨੇ ਕਰ ਗਏ। ਟੋਡਰ ਮੱਲ ਸੇਠ ਕਹਿੰਦਾ ਏ ਮਾਤਾ ਗੁਜਰ ਕੌਰ ਤੇ ਉਹਨਾਂ ਬੱਚਿਆਂ ਦੇ ਸਰੀਰਾਂ ਦਾ ਮੈਂ ਸੰਸਕਾਰ ਕਰ ਦੇਵਾਂ, ਆਗਿਆ ਦੇ ਦਿਓ। ਜਿਹਨੂੰ ਕਹਿੰਦੇ ਨੇ ਵਜ਼ੀਰ ਖਾਨ ਤੇ ਥੋੜਾ ਜਿਹਾ ਗਿਲੇ ਦੇ ਵਿੱਚ, ਨਹੀਂ ਤੜਫਣ ਦਿਓ, ਪਈਆਂ ਰਹਿਣ ਦਿਓ ਲਾਸ਼ਾਂ ਉਹਨਾਂ ਦੀਆਂ। ਪਰ ਸੁੱਚਾ ਨੰਦ ਕਹਿੰਦਾ ਇਹ ਵਜ਼ੀਰ ਖਾਨ ਨੂੰ ਕਿਉਂ ਨਾ ਹੋਵੇ ਧਨ ਗਰਾਇਆ ਜਾਵੇ, ਇਹ ਦਿਨ ਕਿਹੜਾ ਰੋਜ਼ ਰੋਜ਼ ਆਉਣੇ ਨੇ। ਸੁੱਚਾ ਨੰਦ ਉਸੇ ਵੇਲੇ ਕਹਿੰਦਾ ਹੈ ਠੀਕ ਹੈ ਤੂੰ ਸੰਸਕਾਰ ਕਰ ਸਕਦਾ ਹੈ, ਪਰ ਤੈਨੂੰ ਆਪਣੀ ਜਗ੍ਹਾ ਤੇ ਸੰਸਕਾਰ ਮੁੱਲ ਲੈ ਕੇ ਕਰਨੀ ਪਵੇਗੀ। ਕੀ ਰੇਟ? ਕਹਿੰਦਾ ਇਹ ਸੋਨੇ ਦੀਆਂ ਮੋਹਰਾਂ ਵਸਾ ਕੇ ਤੈਨੂੰ 3 ਗਜ ਧਰਤੀ ਦੇ ਦੇਵਾਂਗੇ। ਜਿੱਥੇ ਤੱਕ ਵਸਾ ਸਕਦਾ ਸੋਨੇ ਦੀਆਂ ਮੋਹਰਾਂ ਵਸਾ ਲਾ। ਗੱਡੇ ਤੇ ਮੋਹਰਾਂ ਦਾ ਗੱਟਾ ਭਰ ਕੇ ਲੈ ਕੇ ਆਇਆ ਸੀ, ਜਿੰਨੀ ਸਾਰੀ ਜ਼ਿੰਦਗੀ ਦਾ ਧਨ ਇਕੱਠਾ ਕੀਤਾ ਸੀ ਸਾਰਾ ਲੈ ਆਇਆ ਸੀ।
ਧਰਤੀ ਤੇ ਵਸਾ ਦਿੱਤਾ। ਉਹ ਜਦੋਂ ਵੇਖਿਆ ਨਾ ਵੀ ਇਹ ਤੇ ਕਾਫੀ ਥਾਂ ਵਿਸ ਗਈਆਂ, ਕਹਿੰਦਾ ਇੱਦਾਂ ਨਹੀਂ, ਇਹਨਾਂ ਨੂੰ ਖੜੀਆਂ ਕਰ। ਫਿਰ ਖੜੀਆਂ ਕੀਤੀਆਂ ਗਈਆਂ, ਥੋੜ੍ਹੀ ਜਗ੍ਹਾ ਦੇ ਵਿੱਚ ਖੜੀਆਂ ਹੋ ਗਈਆਂ, ਜਗ੍ਹਾ ਹੋਰ ਘਟ ਗਈ। ਜਿਹੜੀ ਇਤਿਹਾਸ ਦੇ ਵਿੱਚ, ਦੁਨੀਆ ਦੇ ਵਿੱਚ ਇਤਨੀ ਮਹਿੰਗੀ ਵਿਕੀ ਕਿ ਜਿਹਦਾ ਮੁੱਲ ਅੱਜ ਤੱਕ ਹੋਰ ਕਿਧਰੇ ਵੀ ਨਹੀਂ ਲੱਗਿਆ। ਥੋੜ੍ਹੀ ਜਗ੍ਹਾ, 3 ਗਜ ਦੀ ਜਗ੍ਹਾ, ਸੰਸਕਾਰ ਕਰਨ ਜਿੰਨੀ ਜਗ੍ਹਾ, ਮੋਹਰਾਂ ਖੜੀਆਂ ਕਰਕੇ ਟੋਡਰ ਮੱਲ ਸਾਹੂਕਾਰ ਨੇ, ਗੁਰੂ ਕੇ ਸਿੱਖ ਨੇ ਇਹ ਜਗ੍ਹਾ ਲੈ ਕੇ ਤੇ ਫਿਰ ਉਹਨਾਂ ਮਾਤਾ ਗੁਜਰ ਕੌਰ ਤੇ ਛੋਟੇ ਬੱਚਿਆਂ ਨੂੰ ਚੁੱਕ ਕੇ 14 ਪੋਹ ਵਾਲੇ ਦਿਨ, 13 ਪੋਹ ਦੀ ਸ਼ਹੀਦੀ ਰਾਤ ਲੰਘਦਿਆਂ 14 ਪੋਹ ਨੂੰ, ਤੇ ਇਹ ਉਸ ਨੇ ਸੇਵਾ ਕੀਤੀ ਏ ਤੇ ਮਾਤਾ ਗੁਜਰ ਕੌਰ ਤੇ ਬੱਚਿਆਂ ਦੇ ਸੰਸਕਾਰ ਕੀਤੇ ਨੇ। ਅੱਜ ਉਸ ਜਗ੍ਹਾ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ। ਆ ਸੰਗਤਾਂ ਜਾਂਦੀਆਂ ਨੇ ਸਰਹੰਦ, ਤੇ ਜਿੱਥੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਇਆ ਗਿਆ, ਉਹ ਠੰਡਾ ਬੁਰਜ ਵੀ ਨਜ਼ਦੀਕ ਹੀ ਹੈ। ਉਹ ਰਾਜੇ ਦਾ ਮਹਿਲ ਥੋੜ੍ਹਾ ਜਿਹਾ ਫਲਾਂਗ ਤੇ ਹੈ। ਉਹ ਟੋਡਰ ਮੱਲ, ਉਹਦਾ ਵੀ ਘਰ ਨੇੜੇ ਹੀ ਹੈ, ਬਾਜ਼ਾਰ ਦੇ ਵੱਲ ਨੂੰ ਉਹਦੀ ਹਵੇਲੀ ਹੈ। ਭਾਵੇਂ ਅੱਜ ਸਾਡੇ ਸੰਭਾਲ ਨਹੀਂ ਕੀਤੀ ਸਾਡੀ ਸੰਸਥਾਵਾਂ ਨੇ, ਤੇ ਉਹ ਥੋੜ੍ਹੀ ਦੂਰ ਤੇ ਮੋਤੀ ਰਾਮ ਮਹਿਰਾ ਜੀ, ਉਹਨਾਂ ਦਾ ਵੀ ਗੁਰੂ ਘਰ ਬਣਿਆ ਹੋਇਆ ਹੈ, ਜਿਨ੍ਹਾਂ ਨੇ ਗੁਰੂ ਕੇ ਲਾਲਾ ਨੂੰ ਦੁੱਧ ਪਿਆ ਕੇ ਸੇਵਾ ਕੀਤੀ ਸੀ। ਇਹ ਪਾਵਨ ਇਤਿਹਾਸ ਅੱਜ ਦੇ ਦਿਨ ਤੇ 13 ਪੋਹ ਤੇ ਬੱਚਿਆਂ ਦੀਆਂ ਸ਼ਹੀਦੀਆਂ ਨੇ, ਤੇ ਜਿੱਥੇ ਉਹ ਬੱਚੇ ਸ਼ਹੀਦ ਹੋਏ ਨੇ, ਬੇਚੈਨ ਹੈ ਅਬ ਖਾਲਸਾ ਜੀ रंज के मारे, दिल पर गमो अंधों से चलने लगे आरे, खामोश तड़पने लगे सतगुरु के प्यारे, जोगी जी कहो पंथ से अब फतेह पुकारे। छोटे साहिबजादे पंथ नूं फतेह करके, फतेह बुला के पंथ नूं अपनियां कुर्बानियां दे गए। कोई लिखारी कहंदा है, ਡੁੱਲਦਾ ਜਾਂ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਜਾਂ ਦੇਗਾਂ ਵਿੱਚ ਉਬਾਲੇ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਚਰਬੀ ਢਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ, ਜਾਂ ਤਾਰੇ ਟੁੱਟਦੇ ਅੱਖੀਆਂ ਦੇ ਨੂਰਾਂ ਵਿੱਚ ਚਾਨਣ, ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾ ਕੰਧ ਮਾਸੂਮਾਂ ਦੀ, ਢਹੀ ਹੋਈ ਕੌਮ ਖਲੋ ਜਾਵੇ। ਕੌਮ ਫਿਰ ਖੜੀ ਹੋ ਜਾਂਦੀ ਹੈ। ਕਿਸੇ ਕੌਮ ਨੂੰ ਖੜਾ ਕਰਨ ਦੇ ਲਈ ਤੇ ਉਹ ਇੱਕ ਕੁਰਬਾਨੀਆਂ ਭਾਲਦੀ ਹੈ, ਤੇ ਜਿਹੜੀ ਕੌਮ ਆਪਣੀਆਂ ਕੁਰਬਾਨੀਆਂ ਭੁੱਲ ਜਾਂਦੀ ਏ ਤੇ ਉਹ ਸਦਾ ਵਾਸਤੇ ਰੁਲ ਜਾਂਦੀ ਏ, ਸਦਾ ਵਾਸਤੇ ਰੁਲ ਜਾਂਦੀ ਏ। ਸੋ ਜੋ ਗੰਗੂ ਨੇ ਇੱਕ ਕਹਿਰ ਕਮਾਇਆ ਹੈ, ਬੱਚਿਆਂ ਨੂੰ ਫੜਾ ਕਰਕੇ ਆ ਜਿਹੜੀ ਸਾਰੀ ਉਹਨਾਂ ਤੇ ਬੱਚਿਆਂ ਦੇ ਉੱਪਰ ਜ਼ੁਲਮ ਹੋਇਆ ਏ, ਇਹ ਸਾਰੇ ਜ਼ੁਲਮ ਦਾ ਜੋ ਗੰਗੂ ਏ, ਇਹ ਗੰਗੂ ਦੇ ਕਾਰਨ ਹੋਇਆ ਹੈ। ਗੰਗੂ ਨਾ ਪਕੜਾਉਂਦਾ ਤਾਂ ਫਿਰ ਇਹਨਾਂ ਬੱਚਿਆਂ ਤੇ ਇਹ ਜ਼ੁਲਮ ਨਾ ਹੁੰਦੇ। ਬੜੀਆਂ ਲਾਹਨਤਾਂ ਪੈਂਦੀਆਂ ਨੇ। ਲੈ ਵੇ ਗੰਗੂ ਪਾਪੀਆ, ਲਾਹਨਤਾਂ ਸੰਭਾਲ ਵੇ, ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਲਿਖਾਰੀ ਲਿਖਦੇ ਨੇ, ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ, ਤੈਨੂੰ ਕਾਹਦਾ ਦੁੱਖ, ਤੇਰੇ ਦਿਲ ਦੀਆਂ ਹੋ ਗਈਆਂ। ਅੱਜ ਖੁਸ਼ੀ ਨਾਲ ਚੱਲਣੀ ਮਸਤੀ ਦੀ ਚਾਲ ਵੇ, ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਉਹਨਾਂ ਨੇ ਤੇ ਆਪਣੇ ਧਰਮ ਲਈ, ਸੱਚ ਲਈ ਆਪਣਾ ਆਪਾ ਵਾਰ ਦਿੱਤਾ ਹੈ। ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ, ਤੈਨੂੰ ਕੀਏ ਤੇਰੇ ਲਈ ਤਾਂ ਦੁਸ਼ਮਣ ਦੇ ਵਾਲ ਸੀ। ਵੇਚਿਆ ਈਮਾਨ ਤੂੰ ਤਾਂ, ਵੇਚਿਆ ਈਮਾਨ ਤੂੰ ਤਾਂ ਫੇਰ ਕਾਹਦਾ ਖਿਆਲ ਵੇ, ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ।
ਲੂਣ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੇ। ਰਹਿੰਦੀ ਦੁਨੀਆ ਤੱਕ ਲੋਕ ਲਾਹਣਤਾਂ ਪਾਉਂਦੇ ਰਹਿਣਗੇ। ਲੂਣ ਖਾ ਕੇ 8 ਸਾਲ ਗੁਰੂ ਘਰ ਦੀ ਸੇਵਾ ਕਰਕੇ ਲਾਂਗਰੀ ਬਣ ਕੇ ਤੇ ਫਿਰ ਆ ਕਹਿਰ ਕਮਾਇਆ ਏ ਤੈਂ। ਲੂਣ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੇ। ਤੂੰ ਤਾਂ ਲਾ ਲਈ ਸ਼ਰਮ ਕਹਿੰਦੇ ਜੋ ਵੀ ਕਹਿੰਦੇ ਕਹਿਣ ਦੇ, ਤੂੰ ਤੇ ਸ਼ਰਮ ਹੀ ਲਾਈ ਬੈਠਾ। ਕਹਿੰਦਾ ਜੋ ਕਹਿੰਦਾ ਕੋਈ ਕਹੀ ਜਾਵੇ, ਮੈਨੂੰ ਕੀ ਫਿਕਰ। ਸਾਰੀ ਦੁਨੀਆ ਤੋਂ ਭੈੜਾ ਹੋਣਾ ਤੇਰਾ ਹਾਲ ਵੇ। ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਲੈ ਵੇ ਗੰਗੂ ਪਾਪੀਆ ਲਾਹਣਤਾਂ ਸੰਭਾਲ ਵੇ। ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਆਉਂਦੀਆਂ ਆਵਾਜ਼ਾਂ ਸਦਾ ਨੀਹਾਂ ਵਿੱਚੋਂ ਸੱਚੀਆਂ। ਤੂੰ ਹੀ ਇੱਟਾਂ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ। ਸੋਹਣੇ ਜੀਆਂ ਜਿੰਦਾਂ ਸੀ ਤੂੰ ਕੀਤੀਆਂ ਹਲਾਲ ਵੇ। ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਲੈ ਵੇ ਗੰਗੂ ਪਾਪੀਆ ਲਾਹਣਤਾਂ ਸੰਭਾਲ ਵੇ। ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ 2 ਵੱਡੇ ਚਮਕੌਰ ਦੇ ਵਿੱਚ 2 ਛੋਟੇ ਉਹ ਸਰਹੰਦ ਦੇ ਵਿੱਚ ਆਪਣਾ ਆਖਰੀ ਸਮਾਂ ਗੁਜ਼ਾਰ ਕੇ ਚਲੇ ਗਏ। ਤੇ ਕਵੀ ਕਹਿੰਦੇ ਨੇ, ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ। ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ। ਚਾਰੇ ਭਰਾਵਾਂ ਦੇ ਵਿੱਚ ਕਿੰਨਾ ਪਿਆਰ ਸੀ। 2-4 ਦਿਨ ਪਹਿਲਾਂ ਗਏ ਨੇ, 8 ਪੋਹ ਨੂੰ ਚਲੇ ਗਏ ਨੇ ਤੇ 2-13 ਪੋਹ ਨੂੰ ਚਲੇ ਗਏ। ਬਹੁਤਾ ਸਮਾਂ ਨਹੀਂ ਲਾਇਆ, 1 ਹਫ਼ਤੇ ਦੇ ਵਿੱਚ ਹੀ ਚਲੇ ਗਏ ਨੇ। ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ। ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ। ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ। ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਨੂੰ ਲੜਦਿਆਂ ਵੇਖਦਾ ਸੀ। ਚਮਕੌਰ ਦੀ ਗੜੀ ਦੇ ਵਿੱਚ ਵੇਖਦਾ ਸੀ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਦੇ ਅੰਦਰ ਕਿੱਡਾ ਬਲ ਹੈ। ਕਿਰਪਾਨ ਭਾਵੇਂ ਛੋਟੀ ਏ, ਤਲਵਾਰ ਭਾਵੇਂ ਛੋਟੀ ਏ, ਪਰ ਜਿੰਨੀ ਛੋਟੀ ਓਨੀ ਤਿੱਖੀ ਏ। ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ। ਕਿੰਨੀਆਂ ਖਾਧੀਆਂ ਸੱਟਾਂ ਅਜੀਤ ਨੇ। ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ। ਬਾਪੂ ਵੇਖ ਕੇ ਫਤਿਹ ਬੁਲਾਉਂਦਾ ਏ। ਧੰਨ ਕਲਗੀਆਂ ਵਾਲਾ ਫਤਿਹ ਬੁਲਾਉਂਦਾ ਪਿਆ ਹੈ। ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਦਾਦੀ ਉਹ ਬੁਰਜੀ ਤੇ ਖੜੀ ਵੇਖ ਰਹੀ ਏ। ਉਹ ਛੋਟੇ ਛੋਟੇ ਬੱਚੇ ਫੁੱਲਾਂ ਵਰਗੇ, ਅਜੇ ਕਲੀਆਂ ਖਿੜੀਆਂ ਵੀ ਨਹੀਂ, ਉਹ ਇੱਟਾਂ ਦੇ ਵਿੱਚ ਲੁਕ ਗਈਆਂ ਨੇ। ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਅਰਸੋਂ ਦਾਦੇ ਸ਼ਹੀਦ ਨੇ ਝਾਤ ਪਾਈ। ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ। ਜਣਾ ਨਹੀਂ ਡੋਲੇ। ਉਮਰਾਂ ਭਾਵੇਂ ਛੋਟੀਆਂ ਸੀ, ਪਰ ਜਿਹੜੇ ਪੂਰ ਨੇ ਗੁਰੂਆਂ ਨੇ ਪਾਏ, ਪੁਰਖਿਆਂ ਨੇ ਪਾਏ, ਦਾਦਿਆਂ ਪੜਦਾਦਿਆਂ ਨੇ ਪਾਏ, ਉਹਨਾਂ ਪੂਰਨਿਆਂ ਨੂੰ ਕਾਇਮ ਰੱਖਿਆ। ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ। 2 ਮੈਦਾਨ ਅੰਦਰ 2 ਦੀਵਾਰ ਅੰਦਰ। ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ। 2 ਨੇ ਚਮਕੌਰ ਦੀ ਗੜੀ ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ 2 ਨੇ ਦੀਵਾਰ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤੇ ਇਹ ਸਾਰਾ ਜਿਹੜਾ ਵਾਰਤਾ ਸੀ, ਅਖੀਰ ਦੇ ਵਿੱਚ ਸਤਿਗੁਰੂ ਜੀ ਬੈਠੇ ਨੇ ਰਾਏ ਕੱਲਾ ਜੀ ਦੇ ਕੋਲ, ਜਿੱਥੇ ਨੂਰਾ ਮਾਹੀ ਸਾਰੀ ਖਬਰ ਲੈ ਕੇ ਗੁਰੂ ਜੀ ਨੂੰ ਜਾ ਸੁਣਾਉਂਦਾ ਏ। ਸੁਣਨ ਵਾਲਿਆਂ ਦੇ ਮਨ ਭਰ ਆਏ ਨੇ। ਨੂਰੇ ਮਾਹੀ ਤੋਂ ਬੋਲਿਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ ਕੀ ਹਾਲ ਹੋਇਆ। ਬੱਚੇ ਡੋਲੇ ਨਹੀਂ।
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਲਾਸਾ ਦੇ ਰਹੇ ਨੇ, ਉਹ ਸਿੰਘੋ ਕਿਉਂ ਭਾਈ ਮਨ ਭਰ ਆਏ ਹੋ? ਮੈਂ ਤੇ ਬਹੁਤ ਖੁਸ਼ ਹਾਂ ਆਪਣੇ ਬੱਚਿਆਂ ਤੋਂ। ਕਰਜ਼ ਸੀ ਪ੍ਰਮਾਤਮਾ ਦਾ ਜੋੜਾ ਜੋੜਾ ਕਰਕੇ ਵਾਰ ਦਿੱਤਾ। ਪਹਿਲੇ ਤੇ ਲੋਕ ਕਹਿੰਦੇ ਸੀ ਸ਼ਹੀਦ ਪੜਦਾਦੇ ਦਾ ਪੜਪੋਤਾ ਹੈ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੁੱਤ ਹੈ, ਸ਼ਹੀਦ ਪਿਤਾ ਦਾ ਪੁੱਤਰ ਹੈ। ਤੇ ਅੱਜ ਲੋਕ ਕਹਿਣਗੇ ਸ਼ਹੀਦ ਪੁੱਤਰਾਂ ਦਾ ਪਿਓ ਵੀ ਹੈ। ਅੱਜ ਇੱਕ ਰੁਤਬਾ ਹੋਰ ਜੁੜ ਗਿਆ ਮੇਰੇ ਨਾਲ। ਕਿਉਂ ਭਾਈ ਮਨ ਭਰਿਆ ਏ? ਫਤਿਹ ਗਜਾਈਏ ਮੇਰੇ ਕਲਗੀਆਂ ਵਾਲੇ ਨੇ। ਉਹ ਸਾਰੀਆਂ ਸੰਗਤਾਂ ਸਿਰ ਨੀਵੇਂ ਪਾ ਕੇ ਅੱਖਾਂ ਭਰੀਆਂ ਹੋਈਆਂ, ਨੂਰਾ ਮਾਹੀ ਹਾਲ ਸੁਣਾਉਂਦਾ ਪਿਆ ਏ। ਤੇ ਪਾਤਸ਼ਾਹ ਜੀ ਤੀਰ ਦੀ ਨੋਕ ਦੇ ਨਾਲ ਕਹਿੰਦੇ ਇੱਕ ਕਾਹੀ ਦੇ ਬੂਟੇ ਨੂੰ ਪੁੱਟ ਰਹੇ ਨੇ। ਆ ਜਦੋਂ ਸੁਣਿਆ ਏ ਨਾ ਬਈ ਬੱਚਿਆਂ ਦੇ ਆਖਰੀ ਸਮਾਂ ਇੱਦਾਂ ਹੋਇਆ, ਨੀਹਾਂ ਵਿੱਚ ਚਿਣੇ ਗਏ, ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਤੇ ਉਸੇ ਵੇਲੇ ਮੇਰੇ ਸਤਿਗੁਰੂ ਜੀ ਨੇ ਫਤਿਹ ਵਜਾਈਏ ਤੇ ਕਾਹੀ ਦਾ ਬੂਟਾ ਤੀਰ ਦੀ ਨੋਕ ਨਾਲ ਪੁੱਟ ਕੇ ਉੱਪਰ ਨੂੰ ਸੁੱਟ ਦਿੱਤਾ ਹੈ। ਜ਼ਾਲਮਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਇਹ ਪੁਕਾਰ ਕੀਤੀ ਹੈ। ਅੱਗੇ ਸਤਿਗੁਰੂ ਜੀ ਚੱਲਦੇ ਦੀਨੇ ਕਾਂਗੜ ਪਹੁੰਚੇ ਨੇ। ਜਫਰਨਾਮਾ ਲਿਖਿਆ ਔਰੰਗਜ਼ੇਬ ਨੂੰ, ਔਰੰਗਜ਼ੇਬ ਤੂੰ ਕਿਤਨਾ ਬੁਜ਼ਦਲ ਹੈ, ਮੇਰੇ ਨਾਲ ਸਾਹਮਣੇ ਕਿਤੇ ਆ ਤੈਨੂੰ ਮੈਂ ਦੱਸਾਂ। ਮੈਨੂੰ ਭੋਰਾ ਵੀ ਦੁੱਖ ਨਹੀਂ ਕਿ ਤੂੰ ਮੇਰੇ ਦੋ ਸਾਹਿਬਜ਼ਾਦੇ ਸੀ ਜਿਹੜੇ, ਮੈਂ ਤੈਨੂੰ ਭੋਰਾ ਵੀ ਗਿਲਾ ਨਹੀਂ ਕਰਦਾ ਜਿਹੜੇ ਚਮਕੌਰ ਦੇ ਵਿੱਚ ਜੰਗ ਵਿੱਚ ਜੂਝ ਕੇ ਮਰੇ ਨੇ, ਉਹਨਾਂ ਦਾ ਮੈਂ ਤੈਨੂੰ ਕੋਈ ਕਹਿੰਦਾ ਵੀ ਨਹੀਂ। ਪਰ ਜਿਹੜੀ ਆਹ ਤੇ ਜ਼ੁਲਮ ਕੀਤੀ ਹੈ ਨਾ, ਦੱਸ ਤੇਰੀ ਕਿਹੜੀ ਕੁਰਾਨ ਵਿੱਚ ਲਿਖਿਆ ਹੋਇਆ ਬੱਚਿਆਂ ਤੇ ਜ਼ੁਲਮ ਕਰਨਾ? ਇੱਕ 7 ਸਾਲਾਂ ਦਾ ਸੀ, ਇੱਕ 9 ਸਾਲਾਂ ਦਾ ਸੀ। ਤੂੰ ਕਿਹੜੇ ਧਰਮ ਦੀ ਗੱਲ ਕਰਦਾ ਏ? ਦੱਸ ਕਿਹੜੇ ਧਰਮ ਦੇ ਵਿੱਚ ਲਿਖਿਆ ਬਜ਼ੁਰਗ ਤੇ ਮਾਤਾ ਤੇ ਜ਼ੁਲਮ ਕਰਨਾ? ਆ ਸਿੰਘਾਂ ਨੂੰ ਮੇਰੇ ਸਤਿਗੁਰੂ ਕਹਿੰਦੇ ਨੇ ਕੋਈ ਇਸਤਰੀ ਹੋਵੇ ਭਾਵੇਂ ਭਰ ਜਵਾਨੀ ਵਿੱਚ ਹੋਵੇ, ਵਾਰ ਨਹੀਂ ਕਰਨਾ ਸਿੰਘਾਂ ਨੇ। ਬੱਚਿਆਂ ਤੇ ਬਜ਼ੁਰਗਾਂ ਤੇ ਕਰਨਾ ਹੀ ਕੀ? ਤੇ ਹੁਣ ਤੱਕ ਸਿੰਘਾਂ ਨੇ ਕਹਿ ਲਓ ਕਿ ਉਹ ਗੁਰੂ ਜੀ ਦੇ ਹੁਕਮ ਨੂੰ ਮੰਨਿਆ ਵੀ, ਹੁਣ ਤੱਕ ਮੰਨਦੇ ਰਹੇ ਨੇ, ਹੁਣ ਵੀ ਮੰਨ ਰਹੇ ਨੇ। ਪਰ ਤੂੰ ਕਿਹੜੇ ਧਰਮ ਦੀ ਗੱਲ ਕਰਦਾ? ਜਿਸ ਧਰਮ ਨੇ ਤੈਨੂੰ ਰੋਕਿਆ ਤੂੰ ਉਹ ਤੋਂ ਵੀ ਅੱਗੇ ਵਧ ਰਿਹਾ ਹੈ, ਜ਼ੁਲਮ ਕਰ ਰਿਹਾ ਹੈ। ਲਾਹਣਤਾਂ ਤੇਰੇ ਤੇ। ਜਫਰਨਾਮਾ ਲਿਖ ਕੇ, ਲਾਹਣਤਾਂ ਦਾ ਪੱਤਰ ਲਿਖ ਕੇ ਔਰੰਗਜ਼ੇਬ ਨੂੰ ਭੇਜਦੇ ਨੇ, ਜਿਹਨੂੰ ਪੜ੍ਹ ਕੇ ਬਹੁਤ ਸ਼ਰਮਿੰਦਾ ਹੁੰਦਾ ਹੈ ਔਰੰਗਜ਼ੇਬ, ਮਨ ਹੀ ਮਨ ਝੁਰਦਾ ਹੈ। ਬਸ ਇਹ ਪੱਤਰ ਪੜ੍ਹ ਕੇ ਹੀ ਕਹਿੰਦੇ ਉਹਦੀ ਆਖਰੀ ਦਿਨ ਸ਼ੁਰੂ ਹੋ ਜਾਂਦੇ ਨੇ। ਨਾ ਰਾਤ ਨੂੰ ਨੀਂਦ ਆਉਂਦੀ ਹੈ, ਨਾ ਦਿਨੇ ਚੈਨ ਆਉਂਦਾ ਹੈ। ਤੇ ਅਖੀਰ ਕਹਿੰਦੇ ਨੇ ਕਿ ਇਹਦੀ ਲੜਕੀ ਏ ਜੀਨਤ ਔਰੰਗਜ਼ੇਬ ਦੀ। ਉਹਨੇ ਕਿਹਾ ਬਾਪੂ ਤੈਨੂੰ ਨੀਂਦ ਨਹੀਂ ਆਉਂਦੀ? ਟੱਕਰਾਂ ਮਾਰਦਾ ਸੀ ਕੰਧ ਦੇ ਵਿੱਚ, ਮੈਥੋਂ ਆਹ ਕੀ, ਸਾਰੀ ਜ਼ਿੰਦਗੀ ਮੈਂ ਇੰਨਾ ਕੁਝ ਕੀਤਾ ਪਰ ਆਹ ਕੀ ਲਾਹਣਤਾਂ ਲੈ ਲਈਆਂ ਅਖੀਰ ਵੇਲੇ। ਟੱਕਰਾਂ ਮਾਰਦਾ ਸੀ ਔਰੰਗਜ਼ੇਬ ਕੰਧਾਂ ਦੇ ਵਿੱਚ। ਤੇ ਉਹਦੀ ਲੜਕੀ ਨੇ ਕਿਹਾ ਸੀ ਬਾਪੂ ਅਜੇ ਵੀ ਕੁਛ ਨਹੀਂ ਵਿਗੜਿਆ, ਤੂੰ ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰੀ ਮਿਲ। ਫਿਰ ਉਹਨੇ ਪੱਤਰਕਾ ਵੀ ਲਿਖੀ ਸੀ, ਭਾਈ ਧਰਮ ਸਿੰਘ ਲੈ ਕੇ ਆਏ ਸੀ ਪੱਤਰਕਾ। ਇੱਧਰੋਂ ਪੱਤਰਕਾ ਜਫਰਨਾਮਾ ਲੈ ਕੇ ਵੀ ਗਏ ਸੀ ਤੇ ਉੱਧਰੋਂ ਫਿਰ ਪੱਤਰਕਾ ਲੈ ਕੇ ਵੀ ਆਏ ਸੀ, ਮੈਂ ਮਿਲਣਾ ਚਾਹੁੰਦਾ, ਆਪਣੇ ਗੁਨਾਹ ਮੈਂ ਕਬੂਲ ਕਰਨਾ ਚਾਹੁੰਦਾ, ਮੈਂ ਗੁਨਾਹ ਕੀਤੇ ਨੇ। ਚੈਨ ਨਹੀਂ ਸੀ ਆਉਂਦਾ, ਸਾਰੀ ਸਾਰੀ ਰਾਤ ਤੜਫਦਾ ਰਹਿੰਦਾ ਸੀ, ਕੰਧਾਂ ਦੇ ਵਿੱਚ ਟੱਕਰਾਂ ਮਾਰਦਾ ਸੀ। ਤੇ ਜੀਨਤ ਨੇ ਕਿਹਾ ਸੀ ਬਾਪੂ ਇੱਕ ਵਾਰੀ ਫਤਿਹ ਗਜਾ। ਫਿਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੁਖੋਂ ਨਿਕਲਿਆ ਸੀ, ਜਿਹੜਾ ਕਹਿੰਦਾ ਸੀ ਅੱਲਾਹੂ ਅਕਬਰ ਹੋਣਾ ਚਾਹੀਦਾ ਹੈ, ਹੋਰ ਕੋਈ ਨਾਮ ਹੀ ਨਹੀਂ ਹੋਣਾ ਚਾਹੀਦਾ। ਅੱਜ ਆਪ ਦੀ ਜ਼ੁਬਾਨੋਂ ਬੋਲਿਆ ਹੈ ਔਰੰਗਜ਼ੇਬ। ਇੱਧਰ ਸਤਿਗੁਰੂ ਜੀ ਚਲਦਿਆਂ ਹੋਇਆਂ ਦਮਦਮਾ ਸਾਹਿਬ ਪਹੁੰਚੇ ਸੀ। ਉਧਰੋਂ ਮਾਤਾਵਾਂ ਨੂੰ ਵੀ ਪਤਾ ਲੱਗਿਆ ਸੀ ਦਿੱਲੀ ਕਿ ਸਤਿਗੁਰੂ ਜੀ ਉੱਥੇ ਮਾਲਵੇ ਦੇਸ਼ ਵਿੱਚ ਪਹੁੰਚੇ ਹੋਏ ਨੇ, ਜੰਗਲ ਦੇਸ਼ ਵਿੱਚ ਪਹੁੰਚੇ ਹੋਏ ਨੇ। ਜੰਗਲ ਦੇਸ਼ ਕਹਿੰਦੇ ਸੀ, ਜੰਗਲ ਸੀ ਚਾਰੇ ਪਾਸੇ। ਦਿੱਲੀ ਤੋਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਭਾਈ ਮਣੀ ਸਿੰਘ ਦੇ ਨਾਲ ਕੁਝ ਸਿੰਘਾਂ ਦੇ ਨਾਲ ਰਥ ਦੇ ਉੱਪਰ ਆਏ ਸੀ। ਮਨ ਹੀ ਮਨ
सोचां सोच रहे सन कि उत्थे अजीत सिंह होवेगा, किन्ने दिनां तो विछड़े होए। उत्थे जुझार सिंह होवेगा, उत्थे फतेह सिंह होवेगा। पता नहीं किवें फतेह सिंह ने मन जी लाया होना है, उत्थे माता होवेगी, उत्थे जोरावर होवेगा। मातावां मन ही मन ख्याल करदियां होंदियां, घुट के गफ्फियां विच लवांगे, मुड़ के कुछ भी हो जावे कोल रखांगियां, कुछ भी हो जे। पर आईयां ने चारे पासे तकिया, सिंह बैठे ने, सतगुरु जी बैठे रब दीयां गल्लां कर रहे ने। मातावां ने आके नमस्कार कीती चरनां विच, इधर उधर तकिया चारे पासे, ते सतगुरु जानी जान मन की गल समझ गए की तकदियां ने। ते मातावां ने पुछया भी है चारे साहबजादे कित्थे ने। ते पातशाह ने कह दिता, इन पुत्रन के शीस पर वार दिए सुत चार, चार मोए तो क्या भयो जीवत कई हजार। तुहाडे चारे पुत्र धर्म दे लई, अणख दे लई, सच दे लई शहीदियां प्राप्त कर गए, सदा वास्ते अमर हो गए। अखालसा भी तुहाडा ही पुत्र है। वो बिंदी पुत्र सी चार, अखालसा नादी पुत्र है। सारा खालसा है ना जिहड़ा गुरु गोबिंद सिंह महाराज जी का नादी पुत्र है, जिन्हां ने शब्द लैके गुरु दे दरसाए मार्ग ते चलण दा प्रण कीता है। खंडे दी पौहड़ लैके प्रण कीता है गुरु दे नाल, असीं तेरे बच्चे हाँ, तेरे होके चलांगे। जिवें तेरे बिंदी पुत्रा ने तेरे लई अपनियां जानां तक कुर्बान कर दित्तियां, छोटी उमरां सी भावें, सच दे हक लई, अणख दे लई, जुल्म नूं मिटाउण दे लई। असीं भी वादा कीता सारियां ने, सच्चे पातशाह तेरे बिंदी पुत्रां दे वांगर असीं बिंदी पुत्र ते नहीं बन सकदे, नादी पुत्र हाँ, पर असीं भी तेरे लई कुर्बान होवांगे। जुल्म नूं मिटाउण दे लई अपना सिर ला देवांगे, सिर धड़ दी बाजी ला देवांगे। ये जदों असीं अमृत छकदे हां ना, ये गुरु नाल साडे प्रण हुंदे ने। तेरे दरसाए मार्ग ते चलांगे। धन कलगीआं वाला सारा परिवार शहीद हो गया, सरवंश दानी हो गया, सारे सरवंश नूं दान कर दिता पंथ दे लई। पिता नूं दान कर दिता सच लई, माता नूं दान कर दिता, चारे पुत्रां नूं दान कर दिता। पहला बाप वारिया, फिर माँ वारी, चारे बच्चे वार दिते। धन है कलगीआं वाला। किसे विद्वान ने कहा है, राही कोई प्रीत दियां मंजिलां दा, ये तां मंजिल मुकाम दा वेखिया ना, दुनिया विच कोई नहीं इदां दा आया। हंसां जे प्यारियां पुत्रा नूं, मूँह मौत दे पाम दा वेखिया ना, पैर पैर ते राज नूं मार ठोकर, हीरे लाल लुटावंदा वेखिया ना, पिता कोई भी पुत दी लाश उते गीत खुशी दे गावंदा वेखिया ना। लख दुनिया पई है, लख पीर पैगंबर आए, बली औलिए आए, रहबर आए, पर धन कलगीधर दशमेश वर्गा कोई संसार विच नहीं आया। सो अज उन्हां दे पावन इतिहास जो शहीदी हफ्ता है उहदी समाप्ति है। सत्ते रोज़ आपां विचारां कीतियां ने पॉइंट पर पॉइंट, पर इतिहास बहुत वड्डा है। उस इतिहास दीयां विचारां करन दी अपने विच समर्था नहीं है, एडी ताकत नहीं है, इतनी सोझी नहीं है, इतना बल नहीं है। ये विचारां करदियां बेअंत प्रकार दीयां भुल्लां सतगुरु संगत बख्शण योग। अज आखिरी दिन है अपना, आओ रहिंदा समा गुरु गोबिंद सिंह महाराज पिता दे लई उन्हां नूं याद करदिआं सिमरन दे विच जुड़ना करिए। पहुंचियां संगतां दा धन्नवाद, होईयां भुल्लां दी खिमा। वाहिगुरू जी का खालसा, वाहिगुरू जी की फतेह। सत नाम वाहिगुरू जी, सतनाम वाहिगुरू। सतनाम वाहिगुरू जी,
ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, 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 ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦਿ ਸੱਚ
ਯੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ, ਦਿਵਸ ਰਾਤ ਧੋਇ ਦਾਈ ਦਾਇਆ ਖੇਲੈ ਸਗਲ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਕਰਮੀ ਆਪੋ ਆਪਣੀ ਕੇ ਨੇੜੈ ਕੇ। ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।